प्यारे दर्शकों, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਦੋਸਤੋ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਨੂੰ ਵੇਖਣ ਦੇ ਲਈ ਇਸ ਦੇ ਵਿੱਚ ਸ਼ਾਮਿਲ ਹੁੰਦੇ ਹੋ। ਪਰਮੇਸ਼ਰ ਦੇ ਵਚਨ ਦੇ ਪ੍ਰਤੀ ਤੁਹਾਡੀ ਇਸ ਦਿਲਚਸਪੀ ਦੇ ਲਈ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਏ ਦੇ ਉੱਤੇ ਗੌਰ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਉੱਤੇ ਚਰਚਾ ਕਰ ਰਹੇ ਸੀ। ਅਸੀਂ ਭਵਿੱਖਬਾਣੀ ਦੀ ਸ਼ੁਰੂਆਤ ਬਾਰੇ ਜਾਣਿਆ। ਅਸੀਂ ਜਾਣਿਆ ਕਿ ਭਵਿੱਖਬਾਣੀ ਦੀ ਸ਼ੁਰੂਆਤ 3 ਰਾਜਿਆਂ ਦੇ 4 ਹੁਕਮਾਂ ਤੋਂ ਹੁੰਦੀ ਹੈ। ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ 70 ਹਫ਼ਤਿਆਂ ਦੇ ਬਾਰੇ ਜਾਣ ਰਹੇ ਸੀ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ 49 ਹਫ਼ਤਿਆਂ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ। ਅਸੀਂ ਇਹ ਵੀ ਜਾਣਿਆ ਕਿ ਦਾਨੀਏਲ ਨਬੀ ਦੀ ਭਵਿੱਖਬਾਣੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਜੁੜੀ ਹੋਈ ਹੈ। ਇਹ ਉਸ ਦੇ ਇਸ ਧਰਤੀ ਦੇ ਉੱਤੇ ਪ੍ਰਗਟ ਹੋਣ ਦੇ ਬਾਰੇ ਦੱਸਦੀ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹੋਏ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਸੰਦੇਸ਼ ਨੂੰ ਅੱਗੇ ਵਧਾਵਾਂਗੇ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੋਵੇਗੀ। ਦਾਨੀਏਲ ਦੀ ਭਵਿੱਖਬਾਣੀ ਦੇ ਵਿੱਚ ਅਲਗਾਵ। ਦਾਨੀਏਲ ਦੀ ਭਵਿੱਖਬਾਣੀ ਦਾ 70ਵਾਂ ਸਾਤਾ। ਇਸ ਦੇ ਵਿੱਚ ਅਸੀਂ ਦੇਖਾਂਗੇ 2 ਰਾਜਕੁਮਾਰਾਂ ਦੀ ਸਮਾਨਤਾ, 70ਵੇਂ ਸਾਤੇ ਦਾ ਮਹੂਰਤ, 70ਵੇਂ ਸਾਤੇ ਦਾ ਕਰਮ ਭੰਗ ਤੇ ਮਹਾਨ ਕਲੇਸ਼ ਦੀ ਖਬਰ। ਇਸ ਤੋਂ ਬਾਅਦ ਅਸੀਂ ਦੇਖਾਂਗੇ ਸ਼ਾਂਤੀ ਦੇ ਰਾਜ ਦੀ ਸ਼ੁਰੂਆਤ, ਦਾਨੀਏਲ ਦੇ 70 ਸਾਤੇ ਦਾ ਜੋੜ, ਪਰਮੇਸ਼ਰ ਦੇ ਲੋਕਾਂ ਦੀ ਨਿੱਤਤਾ, ਬੰਦਵਾਈ ਦਾ ਮਕਸਦ, ਪਰਮੇਸ਼ਰ ਦਾ ਆਪਣੇ ਲੋਕਾਂ ਅਤੇ ਨਬੀ ਦੇ ਨਾਲ ਵਿਅਕਤੀਗਤ ਦਖਲ। ਸੋ ਦੋਸਤੋ, ਆਓ ਆਪਣੇ ਪ੍ਰੋਗਰਾਮ ਨੂੰ ਛੇਤੀ ਦੇ ਨਾਲ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तैथों बख्शिश लेके ही जाना, तैथों बख्शिश लेके ही जाना, ते खाली हाथ नहीं जाना। ओ रब्बा मेरे मेहर करी, तेरे दर ते खड़ा मैं दीवाना। ओ रब्बा मेरे मेहर करी, तेरे दर ते खड़ा मैं दीवाना। तेरे नाम उत्ते लाई असी सारी जिंदगानी, तेरे नाम उत्ते लाई असी सारी जिंदगानी। आप हथीं अज लिख एह अमर कहानी, एह अमर कहानी, एह अमर कहानी।
ओ रब्बा मेरे मेहर करी, तेरे बिन मेरा मुल नहीं हो आना। ओ रब्बा मेरे मेहर करी, तेरे दर ते खड़ा मैं दीवाना। ਅਸੀਂ ਤੇਰੇ ਹੋ ਗਏ ਆਂ, ਹੁਣ ਕਿਦੇ ਹੋ ਸਕਾਂਗੇ। ਅਸੀਂ ਤੇਰੇ ਹੋ ਗਏ ਆਂ, ਹੁਣ ਕਿਦੇ ਹੋ ਸਕਾਂਗੇ। ਤੇਰੇ ਬਿਨ ਤਾਂ ਹਾਸਾ ਦੂਰ, ਅਸੀਂ ਰੋ ਵੀ ਨਾ ਸਕਾਂਗੇ। ਅਸੀਂ ਰੋ ਵੀ ਨਾ ਸਕਾਂਗੇ, ਅਸੀਂ ਰੋ ਵੀ ਨਾ। ਪਿਛਲੇ ਸੰਦੇਸ਼ ਤੋਂ ਅੱਗੇ ਨੰਬਰ 7 ਦਾਨੀਅਲ ਦੀ ਭਵਿਸ਼ਵਾਣੀ ਵਿੱਚ ਅਲਗਾਓ। ਨੰਬਰ 8 ਦਾਨੀਅਲ ਦੀ ਭਵਿੱਖਬਾਣੀ ਦਾ 70ਵਾਂ ਸਾਤਾ। ਭਾਗ ਊੜਾ ਦੋ ਰਾਜਕੁਮਾਰਿਆਂ ਦੀ ਸਮਾਨਤਾ। ਭਾਗ ਐੜਾ 70ਵੇਂ ਸਾਤੇ ਦਾ ਮਹੂਰਤ। ਭਾਗ ਈੜੀ 70ਵੇਂ ਸਾਤੇ ਦਾ ਕਰਮ ਭੰਗ। ਭਾਗ ਸੱਸਾ ਮਹਾਨ ਕਲੇਸ਼ ਦੀ ਖਬਰ। ਭਾਗ ਹਾਹਾ ਸ਼ਾਂਤੀ ਦੇ ਰਾਜ ਦੀ ਸ਼ੁਰੂਆਤ। ਨੰਬਰ 9 ਦਾਨੀਅਲ ਦੇ 70 ਸਾਤੇ ਦਾ ਜੋੜ। ਭਾਗ ਊੜਾ ਪਰਮੇਸ਼ਰ ਦੇ ਲੋਕਾਂ ਦੀ ਨਿੱਤਤਾ। ਭਾਗ ਐੜਾ ਬੰਦਵਾਈ ਦਾ ਮਕਸਦ। ਭਾਗ ਈੜੀ ਪਰਮੇਸ਼ਰ ਦਾ ਆਪਣੇ ਲੋਕਾਂ ਅਤੇ ਨਬੀ ਦੇ ਨਾਲ ਵਿਅਕਤੀਗਤ ਦਖਲ। ਤੁਸੀਂ ਜਾਣਦੇ ਹੋ ਪਰਮੇਸ਼ਰ ਦੇ ਵਚਨ ਵਿੱਚ ਕੁਝ ਚੀਜ਼ਾਂ ਨੂੰ ਸਮਝਣਾ ਔਖਾ ਹੁੰਦਾ ਹੈ, ਉਹ ਆਸਾਨ ਨਹੀਂ ਹੁੰਦਾ। ਪਾਲੂਸ ਵੀ ਇਸ ਗੱਲ ਨਾਲ ਸਹਿਮਤ ਹੈ। ਤੁਸੀਂ ਜਾਣਦੇ ਹੋ ਮੈਂ ਸੋਚਦਾ ਹਾਂ ਕਿ ਡਾਕਟਰ ਤੋਂ ਵੱਧ ਕੇ ਔਖੀ ਲਿਖਾਈ ਕਿਸੇ ਦੀ ਨਹੀਂ ਹੁੰਦੀ ਅਤੇ ਇਸ ਨੂੰ ਸਮਝਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਮੈਂ ਇੱਕ ਮਰੀਜ਼ ਦੇ ਬਾਰੇ ਪੜ੍ਹਿਆ ਸੀ ਜੋ ਚੈੱਕਅਪ ਦੇ ਲਈ ਡਾਕਟਰ ਕੋਲ ਗਿਆ। ਡਾਕਟਰ ਨੇ ਉਸ ਦਾ ਚੈੱਕਅਪ ਕਰਕੇ ਪ੍ਰਿਸਕ੍ਰਿਪਸ਼ਨ ਲਿਖ ਦਿੱਤਾ। ਉਸ ਨੇ ਇਹ ਪ੍ਰਿਸਕ੍ਰਿਪਸ਼ਨ ਆਪਣੀ ਲਿਖਾਈ ਵਿੱਚ ਲਿਖਿਆ ਜਿਸ ਨੂੰ ਆਮ ਆਦਮੀ ਨਹੀਂ ਪੜ੍ਹ ਸਕਦਾ। 2 ਸਾਲ ਤੀਕਰ ਉਹ ਮਰੀਜ਼ ਇਸ ਨੂੰ ਵਿਖਾ ਕੇ ਉਹ ਜਗ੍ਹਾ ਦੇ ਅੰਦਰ ਚਲਾ ਜਾਂਦਾ ਸੀ, ਕਿਉਂਕਿ ਜੋ ਗੇਟਕੀਪਰ ਉਸ ਨੂੰ ਪਾਸ ਦੀ ਤਰ੍ਹਾਂ ਹੀ ਸਮਝ ਲੈਂਦੇ ਸਨ, ਇਸ ਲਈ ਕਿ ਉਹ ਲਿਖਾਈ ਨੂੰ ਸਮਝ ਨਹੀਂ ਪਾਉਂਦੇ ਸਨ। ਠੀਕ ਇਸੇ ਤਰ੍ਹਾਂ ਹੀ ਕਈ ਲੋਕ ਦਾਨੀਅਲ ਦੀ 70 ਹਫ਼ਤੇ ਦੀ ਭਵਿੱਖਬਾਣੀ ਨੂੰ ਸਮਝਦੇ ਹਨ, ਕਿਉਂ ਜੋ ਉਹ ਲਿਖਤ ਨੂੰ ਸਮਝ ਨਹੀਂ ਪਾਉਂਦੇ। ਮੈਂ ਤੁਹਾਡਾ ਹੌਸਲਾ ਵਧਾਉਣਾ ਚਾਹੁੰਦਾ ਹਾਂ ਕਿ ਇਹ ਭਵਿੱਖਬਾਣੀ ਇਸੇ ਲਈ ਨਹੀਂ ਲਿਖੀ ਗਈ ਕਿ ਤੁਸੀਂ ਹੈਰਾਨੀ ਵਿੱਚ ਪੈ ਜਾਓ। ਇਹ ਭਵਿੱਖਬਾਣੀ ਸਾਨੂੰ ਸਵਰਗ ਦੇ ਪਰਮੇਸ਼ਰ ਦੇ ਵੱਲੋਂ ਦਿੱਤੀ ਗਈ ਹੈ ਕਿ ਅਸੀਂ ਇਸ ਨੂੰ ਪੜ੍ਹ ਕੇ ਸ਼ੁਰੂ ਤੋਂ ਅੰਤ ਤੀਕਰ ਯਹੂਦੀਆਂ ਲਈ ਪਰਮੇਸ਼ਰ ਦੀ ਯੋਜਨਾ ਨੂੰ ਸਮਝਾ ਸਕੀਏ। ਅਸੀਂ ਭਵਿੱਖਬਾਣੀ ਦੇ ਪਹਿਲੇ ਭਾਗ ਨੂੰ ਵੇਖਿਆ ਸੀ ਕਿ ਪਰਮੇਸ਼ਰ ਨੇ ਆਪਣੇ ਲੋਕਾਂ ਨਾਲ ਕਿਸ ਤਰ੍ਹਾਂ ਵਿਹਾਰ ਕੀਤਾ। ਅਸੀਂ ਇਹ ਵੀ ਵੇਖਿਆ ਸੀ ਕਿ 70 ਸਾਤੇ ਦੀ ਭਵਿੱਖਬਾਣੀ ਦੀ ਸ਼ੁਰੂਆਤ ਉਸ ਵੇਲੇ ਤੋਂ ਹੋਈ ਜਦ ਯਰੂਸ਼ਲਮ ਨੂੰ ਉਸਾਰਨ ਦੀ ਆਗਿਆ ਦਿੱਤੀ ਗਈ। ਤੁਸੀਂ ਇਸ ਨੂੰ ਨਹੇਮਜਾ ਦੀ ਕਿਤਾਬ ਦੇ ਪਹਿਲੇ ਅਤੇ ਦੂਜੇ ਅਧਿਆਇ ਵਿੱਚ ਵੇਖ ਸਕਦੇ ਹੋ। ਤੁਸੀਂ ਵੇਖ ਸਕਦੇ ਹੋ ਜਦ ਰਾਜਾ ਅਰਤਸ਼ਸ਼ਤਾ ਨੇ ਆਦੇਸ਼ ਦਿੱਤਾ ਕਿ ਯਹੂਦੀ ਲੋਕ ਯਰੂਸ਼ਲਮ ਵਾਪਸ ਜਾ ਕੇ ਅੰਦਰੋਂ ਅਤੇ ਬਾਹਰੋਂ ਉਸਾਰਨ। ਜਬਰਾਇਲ ਦੂਤ ਨੇ ਦਾਨੀਅਲ ਨਬੀ ਨੂੰ ਦੱਸਿਆ ਸੀ ਕਿ ਉਸ ਆਗਿਆ ਦੇ ਨਿਕਲਣ ਤੋਂ 483 ਸਾਲ ਮਸੀਹ ਦੇ ਆਉਣ ਤੀਕਰ 69 ਸਾਤੇ ਦਾ ਸਮੇਂ ਬੀਤੇਗਾ। ਉਹ ਸਮੇਂ 32 ਜਾਂ 33 ਏਡੀ ਤੱਕ ਰਹੇਗਾ, ਜਦ ਤੱਕ ਪ੍ਰਭੂ ਯੀਸ਼ੂ ਮਸੀਹ ਸਵਾਰੀ ਤੇ ਬੈਠ ਕੇ ਯਰੂਸ਼ਲਮ ਵਿੱਚ ਆਵੇਗਾ ਅਤੇ ਆਪਣੇ ਆਪ ਨੂੰ ਆਪਣੇ ਲੋਕਾਂ ਦੇ ਉੱਪਰ ਮਸੀਹ ਹੋਣਾ ਪ੍ਰਗਟ ਕਰੇਗਾ। ਇਸ ਦਿਨ ਦੇ ਬਾਰੇ ਹੀ ਜਬਰਾਇਲ ਨੇ ਦਾਨੀਅਲ ਨੂੰ ਦੱਸਿਆ ਸੀ। ਅਤੇ ਜਦ ਉਹ ਦਿਨ ਆਇਆ ਤਾਂ ਸਾਡੇ ਪ੍ਰਭੂ ਯੀਸ਼ੂ ਨੇ ਆਖਿਆ, ਕਾ ਤੁਸੀਂ ਅੱਜ ਦੇ ਦਿਨ ਨੂੰ ਜਾਣਦੇ, ਪਰ ਤੁਸੀਂ ਨਾ ਜਾਣਿਆ। ਅਸੀਂ ਵੇਖਿਆ ਸੀ ਉਸ ਦੇ ਲੋਕਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ ਅਤੇ ਯਿਸੂ ਨੇ ਯਹੂਦੀਆਂ ਲਈ ਆਪਣੀ ਯੋਜਨਾ ਬਦਲ ਦਿੱਤੀ ਅਤੇ ਉਹ ਦੂਜੇ ਕੌਮਾਂ ਵੱਲ ਮੁੜ ਗਿਆ। ਸ਼ਾਸਤਰ ਦੱਸਦਾ ਹੈ ਉਹ ਆਪਣਿਆਂ ਕੋਲ ਆਇਆ ਅਤੇ ਆਪਣਿਆਂ ਨੇ ਉਸ ਨੂੰ ਸਵੀਕਾਰ ਨਾ ਕੀਤਾ, ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਉਸ ਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਅਧਿਕਾਰ ਦਿੱਤਾ। ਤੁਸੀਂ ਵੇਖਿਆ ਸੀ ਕਿ ਪਰਮੇਸ਼ਰ ਦੀ ਯੋਜਨਾ ਨੂੰ ਦਾਨੀਅਲ ਨਬੀ ਨੇ ਦੱਸਿਆ ਸੀ
ਕਿ ਯਹੂਦੀਆਂ ਲਈ 490 ਸਾਲ ਠਹਿਰਾਏ ਗਏ ਹਨ। ਉਹਨਾਂ ਵਿੱਚੋਂ 483 ਸਾਲ ਬੀਤ ਚੁੱਕੇ ਹਨ ਭਵਿੱਖਬਾਣੀ ਦੇ। 490 ਸਾਲਾਂ ਵਿੱਚ ਪਰਮੇਸ਼ਰ ਨੇ ਯਹੂਦੀਆਂ ਲਈ ਅਜੇ ਵੀ 7 ਸਾਲ ਬਚਾਏ ਹੋਏ ਹਨ, ਜੋ ਭਵਿੱਖ ਵਿੱਚ ਆਉਣ ਵਾਲੇ ਹਨ। ਨੰਬਰ 7, ਦਾਨੀਏਲ ਦੀ ਭਵਿੱਖਬਾਣੀ ਦਾ 70ਵਾਂ ਸਾਤਾ। 69 ਸਾਤੇ ਦੇ ਬਾਅਦ ਉਹ ਹੈ ਜਿਸ ਨੂੰ ਅਸੀਂ ਵੱਡਾ ਵਿਰਾਮ, ਵੱਡਾ ਅੰਤਰਲ ਆਖਦੇ ਹਾਂ। ਜੇ ਤੁਸੀਂ ਜਿਆਸਤ ਵਿਅਕਤੀ ਤੋਂ ਹੋ ਤਾਂ ਤੁਸੀਂ ਸਹੀ ਪ੍ਰਸ਼ਨ ਪੁੱਛੋਗੇ। ਉਹ ਇਸ ਤਰ੍ਹਾਂ ਦੇ ਪ੍ਰਸ਼ਨ ਹੋਣਗੇ, ਇਹ ਅੰਤਰਾਲ ਤੁਹਾਨੂੰ ਕਿੱਥੋਂ ਮਿਲਿਆ? ਕਿਸ ਨੇ ਤੁਹਾਨੂੰ ਆਖਿਆ ਕਿ ਭਵਿੱਖਬਾਣੀ ਵਿੱਚ ਇਹ ਅੰਤਰਾਲ ਹੈ? ਕਿਸ ਨੇ ਆਖਿਆ ਕਿ 483 ਸਾਲਾਂ ਦੇ ਬਾਅਦ ਆਉਣ ਵਾਲੇ ਆਖਰੀ 7 ਸਾਲ ਤੋਂ ਪਹਿਲਾਂ ਇੱਕ ਵੱਡਾ ਅੰਤਰਾਲ ਹੋਵੇਗਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਪ੍ਰਸ਼ਨਾਂ ਦੇ ਉੱਤਰ ਲਈ ਕੁਝ ਅੱਛੇ ਕਾਰਨ ਹਨ। ਸਭ ਤੋਂ ਪਹਿਲਾਂ, ਜੇ ਤੁਸੀਂ ਭਵਿੱਖਬਾਣੀ ਦੀ 24 ਐਤ ਨੂੰ ਪੜ੍ਹੋ ਤੇ ਤੁਹਾਨੂੰ ਪਤਾ ਲੱਗੇਗਾ ਕਿ 70 ਸਾਤੇ ਜਾਂ 490 ਸਾਲ ਯਹੂਦੀ ਲੋਕਾਂ ਲਈ ਠਹਿਰਾਏ ਗਏ ਸਨ ਤਾਂ ਕਿ 6 ਚੀਜ਼ਾਂ ਹੋ ਜਾਣ। 24 ਐਤ ਵਿੱਚ 6 ਚੀਜ਼ਾਂ ਦੀ ਸੂਚੀ ਦਿੱਤੀ ਗਈ ਹੈ। ਉਹ ਚੀਜ਼ਾਂ ਇਹ ਹਨ: ਉਸ ਅਪਰਾਧ ਨੂੰ ਮੁਕਾਵੇ, ਪਾਪ ਦਾ ਅੰਤ ਕਰੇ, ਬੁਰਾਈ ਦਾ ਪ੍ਰਾਸ਼ਿਤ ਕਰੇ, ਸਦਾ ਦਾ ਧਰਮ ਲਿਆਵੇ, ਦ੍ਰਿਸ਼ਟ ਅਤੇ ਅਗੰਮ ਵਾਕ ਉੱਤੇ ਮੋਹਰ ਲਾਵੇ, ਅਤ ਪਵਿੱਤਰ ਨੂੰ ਮਸਾ ਕਰੇ। ਪ੍ਰਸ਼ਨ ਇਹ ਹੈ ਕਿ ਅਸੀਂ ਜਰਾ ਸੋਚੀਏ ਕਿ ਇਹ ਸਭ ਚੀਜ਼ਾਂ ਹੋ ਗਈਆਂ ਹਨ ਕਿ ਯਹੂਦੀ ਜਾਣ ਗਏ ਹਨ ਕਿ ਆਪਣੇ ਅਪਰਾਧ ਨੂੰ ਮੁਕਾਉਣਾ ਹੈ, ਕਿ ਉਹਨਾਂ ਨੇ ਆਪਣੀ ਬੁਰਾਈ ਦਾ ਅੰਤ ਕਰ ਦਿੱਤਾ ਹੈ, ਕਿ ਅੱਜ ਇਜ਼ਰਾਈਲ ਤੇ ਅਨੰਤ ਕਾਲ ਦੀ ਸ਼ਾਂਤੀ ਹੈ, ਕਿ ਅਤ ਪਵਿੱਤਰ ਨੂੰ ਉਹਨਾਂ ਨੇ ਮਸਾ ਕਰ ਦਿੱਤਾ ਹੈ, ਕਿ ਅਤ ਪਵਿੱਤਰ ਨੂੰ ਅਜੇ ਵੀ ਮਸਾ ਕਰਨਾ ਹੈ। ਜੇ ਅੱਜ ਕੋਈ ਯਹੂਦੀ ਲੋਕਾਂ ਦੇ ਬਾਰੇ ਕੁਝ ਜਾਣਦਾ ਹੈ ਤਾਂ ਉਸ ਨੂੰ ਪਤਾ ਹੋਵੇਗਾ ਕਿ ਉਹਨਾਂ 6 ਚੀਜ਼ਾਂ ਵਿੱਚੋਂ ਇੱਕ ਨੂੰ ਵੀ ਪੂਰਾ ਨਹੀਂ ਕੀਤਾ ਗਿਆ। ਯਹੂਦੀਆਂ ਨੇ ਅਜੇ ਵੀ ਆਪਣੇ ਅਪਰਾਧ ਨੂੰ ਨਹੀਂ ਮੁਕਾਇਆ। ਉਹ ਅੱਜ ਵੀ ਅਨੰਤ ਕਾਲ ਦੀ ਸ਼ਾਂਤੀ ਵਿੱਚ ਨਹੀਂ ਰਹਿ ਰਹੇ। ਇਸ ਭਵਿੱਖਬਾਣੀ ਦੀ ਕਿਸੇ ਵੀ ਚੀਜ਼ ਨੂੰ ਪੂਰਾ ਨਹੀਂ ਕੀਤਾ ਗਿਆ। ਪਹਿਲੇ 69 ਸਾਤੇ ਜਾਂ 483 ਸਾਲ ਵਿੱਚ ਉਹਨਾਂ ਨੇ ਕੁਝ ਵੀ ਪੂਰਾ ਨਹੀਂ ਕੀਤਾ। ਹੁਣ ਵੀ ਉਹ ਪੂਰਾ ਨਹੀਂ ਕਰ ਰਹੇ ਹਨ। ਪਰਮੇਸ਼ਰ ਨੇ ਆਪਣੇ ਲੋਕਾਂ ਲਈ ਭਵਿੱਖ ਵਿੱਚ ਸਮੇਂ ਠਹਿਰਾਇਆ ਹੋਇਆ ਹੈ ਅਤੇ ਉਹ ਸਮੇਂ ਜਿਸ ਨੂੰ ਅਸੀਂ ਪਰਮੇਸ਼ਰ ਦੇ ਵਚਨ ਤੋਂ ਸਮਝਦੇ ਹਾਂ, ਉਹ ਸਮੇਂ ਹੈ ਜਿਸ ਦੀ ਸ਼ੁਰੂਆਤ ਭਵਿੱਖ ਵਿੱਚ 7 ਸਾਲ ਦੇ ਮਹਾਕਲੇਸ਼ ਲਈ ਹੋਵੇਗੀ। ਜੇ ਤੁਸੀਂ ਐਤ 26 ਵੱਲ ਧਿਆਨ ਕਰੋ ਜੋ ਦੱਸਦੀ ਹੈ 62 ਸਾਤਿਆਂ ਦੇ ਪਿੱਛੋਂ, ਇੱਥੇ ਪਿੱਛੋਂ ਸ਼ਬਦ ਵੱਲ ਧਿਆਨ ਦੇਵੋ। 69 ਸਾਤੇ ਜਾਂ 483 ਸਾਲ ਬੀਤ ਚੁੱਕੇ ਹਨ ਜਦ ਮਸੀਹ ਵੱਢਿਆ ਜਾਵੇਗਾ। 69 ਸਾਤੇ ਦੇ ਅੰਤ ਵਿੱਚ ਮਸੀਹ ਨੇ ਵਿਜੇ ਉਤਸਵ ਮਨਾਉਂਦੇ ਹੋਏ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਆਪਣੇ ਆਪ ਨੂੰ ਮਸੀਹ ਕਰਕੇ ਪੇਸ਼ ਕੀਤਾ ਸੀ ਤਾਂ ਮਸੀਹ ਵੱਢਿਆ ਗਿਆ। ਇਹ ਉਸ ਸਮੇਂ ਦੇ ਅੰਤ ਦੇ ਬਾਅਦ ਦਾ ਦਿਨ ਸੀ। ਐਤ ਅੱਗੇ ਦੱਸਦੀ ਹੈ, ਜਿਹੜਾ ਪਾਤਸ਼ਾਹ ਆਵੇਗਾ ਉਸ ਦੇ ਲੋਕ ਸ਼ਹਿਰ ਅਤੇ ਪਵਿੱਤਰ ਥਾਂ ਨੂੰ ਉਜਾੜਨਗੇ ਅਤੇ ਅੰਤ ਤੱਕ ਲੜਾਈ ਰਹੇਗੀ। ਜੇ ਤੁਸੀਂ ਇਤਿਹਾਸ ਨੂੰ ਜਾਣਦੇ ਹੋ ਤਾਂ ਜਾਣਦੇ ਹੋਵੋਗੇ ਕਿ ਯਰੂਸ਼ਲਮ ਦਾ ਨਾਸ 70 ਏਡੀ ਵਿੱਚ ਹੋਇਆ। ਯਰੂਸ਼ਲਮ ਦਾ ਨਾਸ 70ਵੇਂ ਸਾਤੇ ਵਿੱਚ ਨਹੀਂ ਹੋਇਆ, ਇਹ ਤਾਂ ਅਜੇ ਹੋਣਾ ਹੈ, ਜਿਸ ਦੇ ਬਾਰੇ ਦਾਨੀਏਲ ਦੀ ਭਵਿੱਖਬਾਣੀ ਦੱਸਦੀ ਹੈ। ਪੁਰਾਣੇ ਨੇਮ ਵਿੱਚ ਨਬੀ ਜਦ ਭਵਿੱਖਬਾਣੀ ਵੱਲ ਵੇਖਦੇ ਸਨ, ਉਸ ਤਰ੍ਹਾਂ ਨਹੀਂ ਵੇਖਦੇ ਸਨ ਜਿਸ ਤਰ੍ਹਾਂ ਅੱਜ ਅਸੀਂ ਵੇਖਦੇ ਹਾਂ। ਜਦੋਂ ਉਹਨਾਂ ਨੇ ਮਸੀਹ ਦੇ ਆਉਣ ਦੀ ਘਟਨਾ ਨੂੰ ਵੇਖਿਆ ਤੇ ਉਹ ਨਹੀਂ ਸਮਝ ਪਾਏ ਕਿ ਮਸੀਹ ਦਾ ਆਉਣਾ 2 ਵਾਰ ਹੋਵੇਗਾ। ਉਹਨਾਂ ਨੇ ਮਸੀਹ ਦੇ ਦੋਹਾਂ ਅਗਮਾਨਾਂ ਨੂੰ ਇੱਕ ਕਰਕੇ ਵੇਖਿਆ। ਉਹ ਰੈਪਚਰ ਦੇ ਬਾਰੇ ਕੁਝ ਨਹੀਂ ਜਾਣਦੇ ਸਨ। ਰੈਪਚਰ ਦੇ ਬਾਰੇ ਪੁਰਾਣੇ ਨੇਮ ਵਿੱਚ ਕੁਝ ਬਿਆਨ ਵੀ ਨਹੀਂ ਕੀਤਾ ਗਿਆ ਸੀ। ਨਵੇਂ ਨੇਮ ਤੱਕ ਉਸ ਦੇ ਬਾਰੇ ਕੁਝ ਪਤਾ ਨਹੀਂ ਸੀ। ਇਹ ਤਾਂ ਆਪਣੇ ਲੋਕਾਂ ਦੇ ਬਾਰੇ ਮਸੀਹ ਦੀ ਵਿਸ਼ੇਸ਼ ਯੋਜਨਾ ਹੈ। ਪੁਰਾਣੇ ਨੇਮ ਦੇ ਨਬੀ ਦਾਨੀਏਲ, ਯਸ਼ਾਇਆ, ਜ਼ਰਮੀਆ ਨੇ ਜਦ ਭਵਿੱਖ ਨੂੰ ਵੇਖਿਆ ਕਿ ਪਰਮੇਸ਼ਰ ਜੋ ਆਪਣੇ ਪੁੱਤਰ ਮਸੀਹ ਦੇ ਜ਼ਰੀਏ ਜੋ ਕਰਨ ਜਾ ਰਿਹਾ ਹੈ, ਤਾਂ ਉਹਨਾਂ ਨੇ ਸਭ ਚੀਜ਼ਾਂ ਨੂੰ ਇਕੱਠਾ ਕਰਕੇ ਵੇਖਿਆ।
ਉਹ ਯਿਸੂ ਦੇ ਦੋ ਅਗਮਾਨ ਅਤੇ ਦੋਵਾਂ ਦੇ ਅੰਤਰਨ ਨੂੰ ਨਾ ਵੇਖ ਸਕੇ। ਮੈਂ ਪੁਰਾਣੇ ਨਿਯਮ ਵਿੱਚ ਕੁਝ ਐਤਾਂ ਦੀ ਵਿਆਖਿਆ ਕਰਨਾ ਚਾਹੁੰਦਾ ਹਾਂ ਤਾਂ ਕਿ ਤੁਸੀਂ ਇਸ ਨੂੰ ਸਮਝ ਸਕੋ। ਸਭ ਤੋਂ ਪਹਿਲਾਂ ਯਸ਼ਾਇਆ ਦੀ ਕਿਤਾਬ ਦੇ ਅਧਿਆਇ 9 ਦੀ ਭਵਿੱਖਬਾਣੀ। ਅਸੀਂ ਇਸ ਭਵਿੱਖਬਾਣੀ ਨੂੰ ਹਰੇਕ ਕ੍ਰਿਸਮਸ ਤੇ ਪੜ੍ਹਦੇ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦੇਵੋ ਕਿ ਇਹ ਭਵਿੱਖਬਾਣੀ ਕਿਸ ਤਰ੍ਹਾਂ ਵਿਆਖਿਆ ਕਰਦੀ ਹੈ। ਸਾਡੇ ਲਈ ਤੇ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਇਹ ਕਦ ਹੋਇਆ? ਕਿਉਂ? ਇਹ ਹੋਇਆ ਜਦ ਯਿਸੂ ਪਹਿਲੀ ਵਾਰ ਜਗਤ ਵਿੱਚ ਆਇਆ। ਉਸ ਦਾ ਜਨਮ ਬੈਤਲਹਮ ਵਿੱਚ ਹੋਇਆ। ਪੁੱਤਰ ਦਿੱਤਾ ਗਿਆ, ਬਾਲਕ ਦਾ ਜਨਮ ਹੋਇਆ। ਹੁਣ ਐਤ ਦੇ ਅਗਲੇ ਹਿੱਸੇ ਨੂੰ ਪੜ੍ਹੋ। ਰਾਜ ਉਹਦੇ ਮੋਢੇ ਉੱਤੇ ਹੋਵੇਗਾ ਅਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ, ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ਰ, ਅਨਾਦਿ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਦੱਸੋ, ਜਦ ਯਿਸੂ ਪਹਿਲੀ ਵਾਰ ਆਇਆ ਕਿ ਰਾਜ ਉਹਦੇ ਮੋਢੇ ਉੱਤੇ ਸੀ? ਨਹੀਂ, ਉਹ ਤਾਂ ਸਲੀਬ ਉੱਤੇ ਲਿਜਾਇਆ ਗਿਆ ਅਤੇ ਉਸ ਨੂੰ ਕਿੱਲਾਂ ਨਾਲ ਠੋਕ ਦਿੱਤਾ ਗਿਆ। ਕਦ ਰਾਜ ਯਿਸੂ ਦੇ ਮੋਢਿਆਂ ਤੇ ਹੋਵੇਗਾ? ਤਦ ਤੱਕ ਨਹੀਂ ਜਦ ਤੱਕ ਉਹ ਦੂਜੀ ਵਾਰ ਨਹੀਂ ਆਉਂਦਾ। ਤੁਸੀਂ ਵੇਖਿਆ, ਪਹਿਲੀ ਐਤ ਉਸ ਦੇ ਪਹਿਲੇ ਆਗਮਨ ਦੇ ਬਾਰੇ ਹੈ ਅਤੇ ਠੀਕ ਇਸ ਦੇ ਬਾਅਦ ਦੂਜੀ ਐਤ ਛਲਾਂਗ ਲਗਾ ਕੇ 2000 ਸਾਲ ਬਾਅਦ ਵਿੱਚ ਪਹੁੰਚ ਜਾਂਦੀ ਹੈ, ਜੋ ਉਸ ਦੇ ਦੂਜੇ ਆਗਮਨ ਦੀ ਖਬਰ ਦਿੰਦੀ ਹੈ। ਪਰ ਯਸ਼ਾਇਆ ਨੇ ਉਸ ਦੇ ਬਾਰੇ ਦੋ ਆਗਮਨਾਂ ਨੂੰ ਇੱਕ ਕਰਕੇ ਵੇਖਿਆ। ਜ਼ਕਰੀਆ ਆਖਦਾ ਹੈ, ਹੇ ਸਿਯੋਨ ਦੀ ਧੀਓ ਬਹੁਤ ਖੁਸ਼ ਹੋਵੋ, ਹੇ ਯਰੂਸ਼ਲਮ ਦੀ ਧੀਓ ਲਲਕਾਰੋ। ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ। ਉਹ ਧਰਮੀ ਹੈ ਅਤੇ ਸੁਰਜੀਤ ਹੈ। ਉਹ ਅਧੀਨ ਹੈ ਅਤੇ ਗਧੇ ਤੇ ਸਵਾਰ ਹੈ। ਦੱਸੋ, ਇਹ ਕਦ ਹੋਇਆ? ਇਹ ਤਾਂ ਭਵਿੱਖਬਾਣੀ ਸੀ ਜੋ ਪੂਰੀ ਹੋਈ ਜਦ ਯਿਸੂ ਜਿੱਤ ਦਾ ਉਤਸ਼ਾਹ ਮਨਾਉਂਦਾ ਹੋਇਆ ਯਰੂਸ਼ਲਮ ਵਿੱਚ ਪ੍ਰਵੇਸ਼ ਕਰਦਾ ਹੈ। ਹੁਣ ਇਸ ਐਤ ਦਾ ਅਗਲਾ ਭਾਗ ਵੇਖੋ। ਮੈਂ ਅਫਰਾਈਮ ਤੋਂ ਰੱਥ ਨੂੰ ਅਤੇ ਯਰੂਸ਼ਲਮ ਤੋਂ ਘੋੜੇ ਨੂੰ ਕੱਟ ਸੁੱਟਾਂਗਾ। ਲੜਾਈ ਦਾ ਧੁਨਕ ਤੋੜਿਆ ਜਾਵੇਗਾ। ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ। ਉਹਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਤੋਂ ਧਰਤੀ ਤੱਕ ਰਹੇਗੀ। ਕੀ ਯਿਸੂ ਨੇ ਇਹ ਸਭ ਪੂਰਾ ਕੀਤਾ ਜਦ ਉਹ ਪਹਿਲੇ ਸਮੇਂ ਉੱਥੇ ਸੀ? ਕੀ ਕੋਈ ਚੀਜ਼ ਇਸ ਤਰ੍ਹਾਂ ਦੀ ਸੀ ਜਦ ਯਿਸੂ ਧਰਤੀ ਤੇ ਪਹਿਲੇ ਆਗਮਨ ਵਿੱਚ ਆਇਆ? ਬਿਲਕੁਲ ਨਹੀਂ। ਜ਼ਕਰੀਆ ਨੇ ਯਿਸੂ ਨੂੰ ਪਹਿਲੇ ਆਗਮਨ ਵਿੱਚ ਆਉਂਦੇ ਹੋਏ ਵੇਖਿਆ ਅਤੇ ਉਸ ਨੇ ਵੇਖਿਆ ਕਿ ਉਹ ਜਿੱਤ ਦੇ ਉਤਸ਼ਾਹ ਵਿੱਚ ਪ੍ਰਵੇਸ਼ ਕਰ ਰਿਹਾ ਹੈ ਅਤੇ ਠੀਕ ਇਸ ਦੇ ਬਾਅਦ ਉਹ ਕੁੱਦ ਕੇ ਉਸ ਦੇ ਦੂਜੇ ਆਗਮਨ ਵਿੱਚ ਪਹੁੰਚ ਜਾਂਦਾ ਹੈ। ਉਹ ਨਹੀਂ ਸੋਚਦਾ ਕਿ ਇਸ ਵਿੱਚ ਕੁਝ ਗਲਤ ਹੈ। ਮੈਂ ਤੁਹਾਨੂੰ ਇੱਕ ਹੋਰ ਵਿਆਖਿਆ ਯਸ਼ਾਇਆ 61 ਅਧਿਆਏ 1 ਵਚਨ ਤੋਂ 2 ਵਚਨ ਵਿੱਚ ਵਿਖਾਉਂਦਾ ਹਾਂ। ਪ੍ਰਭੂ ਯਹੋਵਾ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਯਹੋਵਾ ਨੇ ਮੈਨੂੰ ਮਸਾ ਕੀਤਾ ਹੈ, ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਨੇ ਮੈਨੂੰ ਘੱਲਿਆ ਹੈ, ਭਾਈ ਮੈਂ ਟੁੱਟੇ ਦਿਲ ਵਾਲਿਆਂ ਤੇ ਪੱਟੀ ਬੰਨਾਂ ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੋਲ੍ਹਣ ਦਾ ਪ੍ਰਚਾਰ ਕਰਾਂ। ਯਸ਼ਾਇਆ ਦੇ ਇਹ ਸ਼ਬਦ ਦੱਸਦੇ ਹਨ ਜੋ ਯਿਸੂ ਦੀ 33 ਸਾਲ ਦੇ ਧਰਤੀ ਉੱਤੇ ਸੇਵਕਾਈ ਤੇ ਹਨ। ਐਤ ਦੇ ਅਗਲੇ ਭਾਗ ਵਿੱਚ ਧਿਆਨ ਕਰੋ। ਭਾਈ ਮੈਂ ਯਹੋਵਾ ਦੇ ਮਨ ਭਾਉਂਦੇ ਬਰੇ ਦਾ ਅਤੇ ਸਾਡੇ ਪਰਮੇਸ਼ਰ ਦਾ ਬਦਲੇ ਲੈਣ ਦੇ ਦਿਨ ਦਾ ਪ੍ਰਚਾਰ ਕਰਾਂ। ਤੁਸੀਂ ਜਾਣਦੇ ਹੋ, ਸ਼ਾਸਤਰ ਦੇ ਇਸ ਲੇਖ ਵਿੱਚ ਇੱਕ ਰੋਚਕ ਚੀਜ਼ ਹੈ ਕਿ ਯਿਸੂ ਨੇ ਇੱਕ ਦਿਨ ਲੂਕਾ ਦੀ ਕਿਤਾਬ ਵਿੱਚ ਇਸ 61ਵੇਂ ਅਧਿਆਏ ਨੂੰ ਯਸ਼ਾਇਆ ਦੀ ਕਿਤਾਬ ਵਿੱਚ ਪੜ੍ਹਿਆ। ਲੂਕਾ ਦੇ 4ਥੇ ਅਧਿਆਏ ਵਿੱਚ ਅਸੀਂ ਵੇਖਦੇ ਹਾਂ ਕਿ ਯਿਸੂ ਆਖਦਾ ਹੈ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ, ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਨੇ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ, ਤੇ ਉਹ ਕੁਚਲਿਆ ਹੋਇਆਂ ਨੂੰ ਛੁਡਾਵੇ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰ੍ਹੇ ਦਾ ਪ੍ਰਚਾਰ ਕਰੇ। ਪ੍ਰਭੂ ਦੀ ਮਨਜ਼ੂਰੀ ਦਾ ਸਮੇਂ। ਤੁਸੀਂ ਇੱਥੇ ਆਖ ਸਕਦੇ ਹੋ ਕਿ ਯਿਸੂ ਨੇ ਯਸ਼ਾਇਆ ਦੀ ਗੱਲ ਨੂੰ ਠੀਕ ਉਸੇ ਤਰ੍ਹਾਂ ਨਹੀਂ ਪੜ੍ਹਿਆ ਅਤੇ ਯਿਸੂ ਆਖੇਗਾ, ਨਹੀਂ, ਮੈਂ ਯਸ਼ਾਇਆ ਦੀ ਭਵਿੱਖਬਾਣੀ ਨੂੰ ਉਸ ਤਰ੍ਹਾਂ ਹੀ ਪੜ੍ਹਿਆ ਜੋ ਉਹ ਕਹਿਣਾ ਚਾਹੁੰਦਾ ਸੀ। ਜੋ ਮੈਂ ਅੱਜ ਕਰ ਰਿਹਾ ਹਾਂ ਅਤੇ ਮੈਂ ਉਹ ਹਿੱਸਾ ਛੱਡ ਦਿੱਤਾ ਜਿਸ ਦਾ ਇਸ ਗੱਲ ਨਾਲ ਕੋਈ ਸਬੰਧ ਨਹੀਂ,
ਜੋ ਮੈਂ ਕਰ ਰਿਹਾ ਹਾਂ ਉਹ ਤਾਂ ਬਦਲਾ ਲੈਣ ਦੇ ਬਾਰੇ ਹੈ। ਉਸ ਨੇ ਸ਼ਾਸਨ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ। ਉਹ ਐਤ ਦੇ ਅੱਧ ਵਿਚਕਾਰ ਕੁਝ ਦੇਰ ਲਈ ਰੁਕਿਆ, ਕਿਉਂ ਜੋ ਉਹ ਇਸ ਗੱਲ ਦਾ ਪ੍ਰਦਰਸ਼ਨ ਕਰ ਸਕੇ ਕਿ ਉਸ ਦੇ ਦੋਹਾਂ ਅਗਮਾਨਾਂ ਵਿੱਚ ਇੱਕ ਲੰਮਾ ਅੰਤਰਲ ਹੈ। ਪੁਰਾਣੇ ਨੇਮ ਦੇ ਨਬੀ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਵਿੱਚ ਵੇਖਦੇ ਸਨ, ਪਰ ਦਿਨ, ਮਹੀਨੇ ਅਤੇ ਹਫ਼ਤੇ ਦੇ ਸਮੇਂ ਵੱਲ ਨਹੀਂ ਵੇਖਦੇ ਸਨ। ਮੈਨੂੰ ਯਾਦ ਹੈ ਜਦ ਮੈਂ ਪਹਿਲੀ ਵਾਰ ਪਹਿਲਾ ਪਤਰਸ ਪਹਿਲਾ ਅਧਿਆਇ 11 ਨੂੰ ਵੇਖਿਆ। ਪਤਰਸ ਪੁਰਾਣੇ ਨਬੀਆਂ ਦੇ ਬਾਰੇ ਇਸ ਤਰ੍ਹਾਂ ਲਿਖਦਾ ਹੈ, ਅਤੇ ਉਹ ਇਹ ਖੋਜ ਵਿਚਾਰ ਕਰਦੇ ਸਨ ਭਾਈ ਮਸੀਹ ਦਾ ਆਤਮਾ ਜਿਹੜਾ ਉਹਨਾਂ ਵਿੱਚ ਸੀ, ਜਦ ਮਸੀਹ ਦਿਆਂ ਦੁੱਖਾਂ ਦੇ ਅਤੇ ਉਹਨਾਂ ਦੇ ਪਿੱਛੋਂ ਦੀ ਮਹਿਮਾ ਦੇ ਵਿਖੇ ਅੱਗੋਂ ਹੀ ਸਾਖੀ ਦਿੰਦਾ ਸੀ, ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦਾ ਪਤਾ ਦਿੰਦੇ ਸੀ। ਪਤਰਸ ਦੱਸਦਾ ਹੈ, ਪੁਰਾਣੇ ਨੇਮ ਦੇ ਨਬੀ ਸਮੇਂ ਨੂੰ ਜਾਣਨ ਦਾ ਯਤਨ ਕਰਦੇ ਸਨ, ਪਰ ਉਹ ਸਮਝ ਨਾ ਸਕੇ। ਧਿਆਨ ਦੇਵੋ, ਉਹ ਮਸੀਹ ਦੇ ਦੁੱਖਾਂ ਦੇ ਸਮੇਂ ਨੂੰ ਅਤੇ ਉਸ ਦੇ ਮਹਿਮਾ ਦੇ ਸਮੇਂ ਨੂੰ ਜਾਣਨਾ ਚਾਹੁੰਦੇ ਸਨ, ਪਰ ਉਹ ਜਾਣ ਨਾ ਸਕੇ। ਜਦ ਅਸੀਂ ਨਵੇਂ ਨੇਮ ਨੂੰ ਜਾਣਦੇ ਹਾਂ ਤਾਂ ਜਾਣ ਜਾਂਦੇ ਹਾਂ ਕਿ ਉਸ ਦੇ ਪਹਿਲੇ ਆਗਮਨ ਦੇ ਬਾਅਦ ਉਸ ਦੇ ਦੂਜੇ ਆਗਮਨ ਦੇ ਵਿਚਕਾਰ ਇੱਕ ਲੰਮਾ ਅੰਤਰਲ ਹੈ। ਪ੍ਰਕਾਸ਼ ਦੀ ਪੋਥੀ ਅਤੇ ਤਸਨੀਲੀਕੀਆਂ ਦੀਆਂ ਕਿਤਾਬਾਂ ਭਵਿੱਖਬਾਣੀਆਂ ਨੂੰ ਦੱਸਦੀਆਂ ਹਨ ਕਿ ਉਹ ਜੋ ਪਹਿਲੀ ਵਾਰ ਆਇਆ ਅਤੇ 33 ਸਾਲ ਮਨੁੱਖ ਵਿੱਚ ਰਿਹਾ, ਮਰ ਗਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਪਿਤਾ ਕੋਲ ਚਲਾ ਗਿਆ। ਉਹੀ ਯਿਸੂ ਜਿਸ ਤਰ੍ਹਾਂ ਤੁਹਾਡੇ ਕੋਲੋਂ ਲੈ ਲਿਆ ਗਿਆ, ਉਸੇ ਤਰੀਕੇ ਨਾਲ ਵਾਪਸ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਜਾਂਦਿਆਂ ਵੇਖਿਆ। ਪਹਿਲਾ ਆਗਮਨ ਉਸ ਦੇ ਦੂਜੇ ਆਗਮਨ ਦੇ ਬਾਰੇ ਪ੍ਰਤਿਗਿਆ ਕਰਦਾ ਹੈ। ਇਸ ਲਈ ਇਸ ਗੱਲ ਤੋਂ ਹੈਰਾਨ ਨਾ ਹੋਵੋ ਕਿ 69 ਸਾਤੇ ਦੇ ਬਾਅਦ 70ਵੇਂ ਸਾਤੇ ਦਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਯਹੂਦੀਆਂ ਲਈ ਇੱਕ ਲੰਮਾ ਅੰਤਰਲ ਹੈ। ਦਾਨੀਏਲ ਦੇ 70 ਸਾਤੇ ਦੀ ਭਵਿੱਖਬਾਣੀ ਯਹੂਦੀ ਲੋਕਾਂ ਲਈ ਹੈ। ਕਲੀਸਿਆ ਦਾ ਇਸ ਦੇ ਨਾਲ ਕੁਝ ਲੈਣ ਦੇਣ ਨਹੀਂ ਹੈ। 483 ਸਾਲ ਦੇ ਬਾਅਦ ਕਲੀਸਿਆ ਦੀ ਸ਼ੁਰੂਆਤ ਹੈ, ਜਦ ਪਵਿੱਤਰ ਆਤਮਾ ਦਾ ਆਗਮਨ ਹੁੰਦਾ ਹੈ। ਦਾਨੀਏਲ ਨੇ ਇਸ ਦੇ ਬਾਰੇ ਕੁਝ ਨਹੀਂ ਆਖਿਆ ਸੀ। ਪੁਰਾਣੇ ਨੇਮ ਵਿੱਚ ਕਲੀਸਿਆ ਇੱਕ ਰਹੱਸ ਸੀ। ਕਲੀਸਿਆ ਦਾ ਪ੍ਰਗਟੀਕਰਨ ਨਵੇਂ ਨੇਮ ਵਿੱਚ ਹੋਇਆ। ਨੰਬਰ 8, ਦਾਨੀਏਲ ਦੀ ਭਵਿੱਖਬਾਣੀ ਦਾ 70ਵਾਂ ਹਫ਼ਤਾ। ਦਾਨੀਏਲ ਦੀ ਭਵਿੱਖਬਾਣੀ ਦੇ 70 ਸਾਤੇ ਨੂੰ ਸਮਝਣ ਤੋਂ ਪਹਿਲਾਂ ਕੁਝ ਹੋਰ ਚੀਜ਼ਾਂ ਨੂੰ ਜਾਣਨਾ ਜ਼ਰੂਰੀ ਹੈ, ਜੋ 69ਵੇਂ ਸਾਤੇ ਦੇ ਅਤੇ 70ਵੇਂ ਸਾਤੇ ਦੇ ਵਿਚਕਾਰ ਦੇ ਅੰਤਰਲ ਵਿੱਚ ਹੋਣੀਆਂ ਹਨ। ਜਦ ਕਲੀਸਿਆ ਦਾ ਸਮੇਂ ਖਤਮ ਹੋ ਜਾਵੇਗਾ ਤਾਂ ਕੁਝ ਹੋਣਾ ਹੈ ਜੋ ਬਹੁਤ ਹੀ ਮਹੱਤਵਪੂਰਨ ਹੈ। ਉਹ ਹੈ ਰੈਪਚਰ। ਚਰਚ ਦੇ ਅੰਤ ਸਮੇਂ ਦੇ ਬਾਅਦ ਕੀ ਹੋਣ ਜਾ ਰਿਹਾ ਹੈ? ਰੈਪਚਰ। ਯਿਸੂ ਮਸੀਹ ਆਪਣੇ ਲੋਕਾਂ ਨੂੰ ਲੈਣ ਆ ਰਿਹਾ ਹੈ। ਜਦ ਕਲੀਸਿਆ ਰੈਪਚਰ ਵਿੱਚ ਇੱਥੋਂ ਚਲੀ ਜਾਵੇਗੀ ਤਾਂ ਕੀ ਹੋਣ ਜਾ ਰਿਹਾ ਹੈ? ਕਲੇਸ਼ ਦੇ ਸਮੇਂ ਦੀ ਸ਼ੁਰੂਆਤ ਹੋ ਜਾਵੇਗੀ। 7 ਸਾਲ ਇਸ ਧਰਤੀ ਤੇ ਮਹਾ ਨਾਸ਼ ਹੋਵੇਗਾ। ਧਿਆਨ ਦੇਵੋ, ਕਲੇਸ਼ ਦਾ ਸਮੇਂ 27ਵੀਂ ਐਤ ਵਿੱਚ ਬਿਆਨ ਹੈ, ਜੋ ਦੱਸਦੀ ਹੈ, ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਪੱਕਾ ਨੇਮ ਬੰਨੇਗਾ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਤੇ ਭੇਟਾਂ ਨੂੰ ਮੁਕਾ ਦੇਵੇਗਾ ਅਤੇ ਘਿਉਣੀਆਂ ਵਸਤੂਆਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਔਰ ਠਹਿਰਾਏ ਹੋਏ ਅੰਤ ਤਿੱਕਰ ਕ੍ਰੋਧ ਉਜੜੇ ਹੋਇਆਂ ਉੱਤੇ ਪਾਇਆ ਜਾਵੇਗਾ। ਇਸ ਐਤ ਵਿੱਚ ਤੁਹਾਨੂੰ ਇੱਕ ਵਿਅਕਤੀ ਦੇ ਬਾਰੇ ਦੱਸਿਆ ਗਿਆ ਹੈ ਜੋ ਯਹੂਦੀ ਲੋਕਾਂ ਨਾਲ ਇੱਕ ਨੇਮ ਬੰਨੇਗਾ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਖੀਰ ਤੱਕ ਬਣੇ ਰਹੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਮਝਣਾ ਆਸਾਨ ਨਹੀਂ ਹੁੰਦਾ। ਦਾਨੀਏਲ ਦੀ ਭਵਿੱਖਬਾਣੀ ਇਸ ਲਈ ਲਿਖੀ ਗਈ ਕਿ ਤੁਸੀਂ ਹੈਰਾਨੀ ਦੇ ਵਿੱਚ ਪੈ ਜਾਓ, ਪਰ ਇਹ ਭਵਿੱਖਬਾਣੀ ਸਾਨੂੰ ਸਵਰਗ ਦੇ ਪਰਮੇਸ਼ਰ ਦੇ ਵੱਲੋਂ ਦਿੱਤੀ ਗਈ ਹੈ ਤਾਂ ਜੋ ਇਸ ਨੂੰ ਪੜ੍ਹ ਕੇ ਯਹੂਦੀਆਂ ਦੇ ਲਈ ਪਰਮੇਸ਼ਰ ਦੀ ਯੋਜਨਾ ਨੂੰ ਸਮਝਿਆ ਜਾ ਸਕੇ। ਅਸੀਂ ਜਾਣਿਆ ਕਿ ਜਦ ਪ੍ਰਭੂ ਯਿਸੂ ਜੀ ਇਸ ਧਰਤੀ ਦੇ ਉੱਤੇ ਆਏ ਤਾਂ ਯਹੂਦੀਆਂ ਨੇ ਉਹਨਾਂ ਨੂੰ ਗ੍ਰਹਿਣ ਨਹੀਂ ਕੀਤਾ, ਜਿਸ ਕਰਕੇ ਪਰਮੇਸ਼ਰ ਨੇ ਯਹੂਦੀਆਂ ਦੇ ਲਈ ਆਪਣੀ ਯੋਜਨਾ ਬਦਲ ਦਿੱਤੀ ਅਤੇ ਉਹ ਦੂਜੀ ਕੌਮਾਂ ਦੇ ਵੱਲ ਮੁੜ ਗਿਆ।
ਬਾਈਬਲ ਬਾਣੀ ਦੱਸਦੀ ਹੈ ਕਿ ਆਪਣਿਆਂ ਦੇ ਕੋਲ ਉਹ ਆਇਆ, ਪਰ ਉਹਨਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ। ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਦੇ ਦਿੱਤਾ। ਦਾਨੀਏਲ ਨੂੰ ਪਰਮੇਸ਼ਰ ਨੇ ਦੱਸਿਆ ਸੀ ਕਿ ਯਹੂਦੀਆਂ ਦੇ ਉਹਦੇ 490 ਸਾਲ ਠਹਿਰਾਏ ਹੋਏ ਹਨ, ਜਿਨ੍ਹਾਂ ਵਿੱਚੋਂ 483 ਸਾਲ ਬੀਤ ਚੁੱਕੇ ਹਨ। 490 ਸਾਲਾਂ ਵਿੱਚੋਂ ਯਹੂਦੀਆਂ ਦੇ ਲਈ ਪਰਮੇਸ਼ਰ ਨੇ ਅਜੇ ਵੀ 7 ਸਾਲ ਬਚਾਏ ਹੋਏ ਹਨ, ਜੋ ਭਵਿੱਖ ਦੇ ਵਿੱਚ ਆਉਣ ਵਾਲੇ ਹਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਦੀ ਭਵਿੱਖਬਾਣੀ ਦਾ 70ਵੇਂ ਸਾਤੇ ਦੇ ਬਾਰੇ ਅਧਿਐਨ ਕੀਤਾ। ਪਰਮੇਸ਼ਰ ਦਾ ਯਹੂਦੀ ਲੋਕਾਂ ਦੇ ਲਈ 70 ਸਾਤਿਆਂ ਨੂੰ ਠਹਿਰਾਉਣ ਦਾ ਕਾਰਨ 6 ਚੀਜ਼ਾਂ ਨੂੰ ਕਰਨਾ ਸੀ। ਇਸ ਦੀ ਸੂਚੀ ਨੂੰ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਏ ਦੀ 24 ਆਇਤ ਦੇ ਵਿੱਚ ਪੜ੍ਹਿਆ। ਉਹ ਚੀਜ਼ਾਂ ਹਨ, ਉਹ ਅਪਰਾਧ ਨੂੰ ਮੁਕਾਵੇ, ਪਾਪ ਦਾ ਅੰਤ ਕਰੇ, ਬੁਰਾਈ ਦਾ ਪ੍ਰਾਸ਼ਚਿਤ ਕਰੇ, ਸਦਾ ਦਾ ਧਰਮ ਲਿਆਏ, ਦ੍ਰਿਸ਼ਟ ਅਤੇ ਅਗਮ ਵਾਕ ਦੇ ਉੱਤੇ ਮੋਹਰ ਲਗਾਏ ਅਤੇ ਅਤ ਪਵਿੱਤਰ ਨੂੰ ਮੱਸਾ ਕਰੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਯਹੂਦੀਆਂ ਨੇ ਇਹਨਾਂ ਵਿੱਚੋਂ ਇੱਕ ਵੀ ਚੀਜ਼ ਨੂੰ ਪੂਰਾ ਨਹੀਂ ਕੀਤਾ। ਇਸ ਲਈ ਪਰਮੇਸ਼ਰ ਨੇ ਉਹਨਾਂ ਦੇ ਲਈ 7 ਸਾਲ ਦੇ ਮਹਾਕਲੇਸ਼ ਦਾ ਸਮਾਂ ਰੱਖਿਆ। ਅਸੀਂ ਜਾਣਿਆ ਕਿ 69ਵੇਂ ਸਾਤੇ ਦੇ ਅਖੀਰ ਵਿੱਚ ਪ੍ਰਭੂ ਯਿਸੂ ਜੀ ਨੇ ਆਪਣੇ ਆਪ ਨੂੰ ਮਸੀਹ ਕਰਕੇ ਪੇਸ਼ ਕੀਤਾ ਅਤੇ ਉਹ ਸਲੀਬ ਦੇ ਉੱਤੇ ਮਾਰੇ ਗਏ। ਅਸੀਂ ਜਾਣਿਆ ਕਿ ਯਰੂਸ਼ਲਮ ਦਾ ਨਾਸ਼ 70ਵੀਂ ਈਸਵੀ ਵਿੱਚ ਹੋਇਆ, ਪਰ ਅਜੇ ਯਰੂਸ਼ਲਮ ਦਾ ਨਾਸ਼ 70ਵੇਂ ਸਾਤੇ ਦੇ ਵਿੱਚ ਨਹੀਂ ਹੋਇਆ। ਇਸੇ ਦੇ ਬਾਰੇ ਦਾਨੀਏਲ ਦੀ ਭਵਿੱਖਬਾਣੀ ਦੱਸਦੀ ਹੈ। ਅਸੀਂ ਜਾਣਿਆ ਕਿ ਜਦੋਂ ਪਰਮੇਸ਼ਰ ਨੇ ਯਿਸੂ ਮਸੀਹ ਦੇ ਆਗਮਨ ਬਾਰੇ ਉਹਨਾਂ ਨੂੰ ਭਵਿੱਖਬਾਣੀ ਦਿੱਤੀ ਤਾਂ ਉਹ ਉਸ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਇਸੇ ਕਰਕੇ ਉਹ ਪ੍ਰਭੂ ਜੀ ਦੇ ਪਹਿਲੇ ਅਤੇ ਦੂਜੇ ਆਗਮਨ ਨੂੰ ਇੱਕ ਆਗਮਨ ਦੇ ਰੂਪ ਵਿੱਚ ਬਿਆਨ ਕਰਦੇ ਹਨ ਅਤੇ ਪਹਿਲੇ ਦੂਜੇ ਆਗਮਨ ਦੇ ਵਿੱਚ ਉਹਨਾਂ ਨੇ ਫਰਕ ਨਹੀਂ ਕੀਤਾ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਅੱਜ ਦੇ ਪ੍ਰੋਗਰਾਮ ਤੋਂ ਬੜੀ ਆਸ਼ੀਸ਼ ਮਿਲੀ ਹੋਏਗੀ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ ਅਤੇ ਇਸ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਅੱਜ ਵੀ ਤੁਸੀਂ ਸਾਡੇ ਨਾਲ ਪਿਤਾ ਪਰਮੇਸ਼ਰ ਗੱਲਾਂ ਕਰਦੇ ਹੋ, ਆਪਣੀ ਬਾਣੀ ਦੇ ਦੁਆਰਾ ਸਾਨੂੰ ਪ੍ਰਭੂ ਜੀ ਭੇਤ ਦੀਆਂ ਗੱਲਾਂ ਨੂੰ ਸਮਝਾਉਂਦੇ ਹੋ। ਪਿਤਾ ਤੁਸੀਂ ਉਹਨਾਂ 70 ਹਫ਼ਤਿਆਂ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚ ਪਿਤਾ ਪਰਮੇਸ਼ਰ ਤੁਸੀਂ ਯਹੂਦੀਆਂ ਦੇ ਲਈ ਇੱਕ ਯੋਜਨਾ ਰੱਖੀ ਹੈ। ਪ੍ਰਭੂ ਅੱਜ ਦੇ ਵਚਨ ਦੇ ਦੁਆਰਾ ਅਸੀਂ 70ਵੇਂ ਸਾਤੇ ਦੇ ਬਾਰੇ ਜਾਣਕਾਰੀ ਹਾਸਿਲ ਕਰੀ, ਜੋ ਕਿ ਯਿਸੂ ਮਸੀਹ ਦੇ ਨਾਲ ਸੰਬੰਧਿਤ ਹੈ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਤੁਹਾਡਾ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।